ਵਾਰਕ ਬਚਨ ਮੁਜਾਵਣੀ ਦੇ ਵਿੱਚੋਂ ਅਖੀਰਲਾ ਪਾਵਨ ਤੁਕ ਸਭ ਨਾਨਕ ਬ੍ਰਹਮ ਪਸਾਰੋ, ਇਹਦੀ ਵਿਚਾਰ ਆਪਾਂ ਕਰਨੀ ਹੈ। ਅਖਰੀ ਅਰਥ ਹਨ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਦੇ ਵਿੱਚੋਂ ਆਤਮਿਕ ਭੋਜਨ ਛਕ ਲਿਆ, ਉਹਨਾਂ ਦਾ ਹਨੇਰਾ ਖਤਮ ਹੋ ਗਿਆ, ਵਿਕਾਰਾਂ ਰੂਪੀ ਹਿਰਦੇ ਦੇ ਵਿੱਚ ਨਾਮ ਵਸ ਗਿਆ, ਤੇ ਫਿਰ ਉਹਨਾਂ ਮਨੁੱਖਾਂ ਨੂੰ ਬ੍ਰਹਮ ਦਾ ਮਤਲਬ ਪਰਮੇਸ਼ਰ ਹੈ। ਬ੍ਰਹਮ ਪਰਮੇਸ਼ਰ ਜਿਹੜਾ ਹੈ ਉਹ ਚਾਰੇ ਪਾਸੇ ਨਜ਼ਰ ਆਉਣ ਲੱਗ ਪਿਆ। ਸਭ ਨਾਨਕ ਬ੍ਰਹਮ ਪਸਾਰੋ, ਬ੍ਰਹਮ ਦਾ ਪਸਾਰਾ ਹੀ ਨਜ਼ਰ ਆਉਣ ਲੱਗ ਪਿਆ। ਹੁਣ ਸਾਨੂੰ ਆਪਣੀਆਂ ਨਜ਼ਰਾਂ ਦੇ ਨਾਲ ਇੰਜ ਪ੍ਰਤੀਤ ਨਹੀਂ ਹੁੰਦਾ, ਪਰ ਜਿਨ੍ਹਾਂ ਨੇ ਇਹ ਆਤਮਿਕ ਭੋਜਨ ਛਕ ਲਿਆ ਉਹਨਾਂ ਨੂੰ ਬ੍ਰਹਮ ਦਾ ਪਸਾਰਾ ਪ੍ਰਤੀਤ ਹੋਣ ਲੱਗ ਪੈਂਦਾ ਹੈ। ਉਹ ਤੇ ਫਿਰ ਇਹੀ ਕਹਿੰਦੇ ਨੇ, ਜੈ ਜੈ ਵੇਖੋ ਤੈ ਹਜੂਰ, ਦੂਰ ਕਤੋ ਨਾ ਜਾਈ। ਸਰਬ ਉਹ ਪਰਮੇਸ਼ਰ ਜਿਹੜਾ ਸਾਰੀਆਂ ਜਗ੍ਹਾ ਦੇ ਉੱਤੇ ਬੈਠਾ ਹੋਇਆ ਹੈ, ਵਸਿਆ ਹੋਇਆ, ਉਹ ਜਿੱਥੇ ਵੀ ਜੀਵ ਜਾਂਦਾ ਹੈ, ਜਿਹਦੀਆਂ ਨਜ਼ਰਾਂ ਦੇ ਵਿੱਚ ਮਾਲਕ ਨਜ਼ਰ ਆਉਂਦਾ ਹੈ, ਉਸ ਜੀਵ ਨੂੰ ਹਰੇਕ ਪਾਸੇ ਉਹ ਮਾਲਕ ਹੀ ਫਿਰ ਦਿਸਦਾ ਹੈ, ਹੋਰ ਕੋਈ ਨਹੀਂ ਦਿਸਦਾ। ਉਹਦੇ ਹੀ ਰੂਪ ਜਿਹੜੇ ਨੇ ਨਜ਼ਰ ਪੈ ਆਉਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 35 ਮਹਾਂਪੁਰਸ਼ਾਂ ਦੀ ਪਾਵਨ ਬਾਣੀ ਹੈ। ਉਹਨਾਂ ਦੇ ਵਿੱਚੋਂ 15 ਭਗਤਾਂ ਦੀ ਪਾਵਨ ਬਾਣੀ ਹੈ, ਜਿਨ੍ਹਾਂ ਨੇ ਰੱਬ ਨੂੰ ਪਹਿਚਾਣ ਲਿਆ, ਜਿਨ੍ਹਾਂ ਨੂੰ ਇਹ ਭਾਸ਼ਣ ਲੱਗ ਪਿਆ ਕਿ ਰੱਬ ਹੀ ਇੱਕ ਪਾਸੇ ਸਾਰੇ ਪਾਸੇ ਜਿਹੜਾ ਹੈ ਉਹ ਪਸਾਰਾ ਖਿਲਾਰ ਕੇ ਬੈਠਾ ਹੋਇਆ ਹੈ। ਉਹਨਾਂ ਨੇ ਫਿਰ ਇਹ ਗੱਲ ਕਹਿ ਦਿੱਤੀ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਹਨਾਂ ਨੂੰ ਇਹੀ ਗੱਲ ਨਜ਼ਰ ਆਉਂਦੀ ਹੈ ਵੀ ਹਰੇਕ ਹਿਰਦੇ ਦੇ ਵਿੱਚ ਉਹ ਰਾਮ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਉਹੀ ਹੈ। ਕੁੰਚਰ ਚਿੱਟੀ, ਕੁੰਚਰ ਤੋਂ ਲੈ ਕੇ ਕੀੜੀ ਤੱਕ ਸਭ ਦੇ ਵਿੱਚ ਉਹ ਪਰਮੇਸ਼ਰ ਜਿਹੜਾ ਹੈ ਉਹ ਵਸਿਆ ਹੋਇਆ ਹੈ। ਏਕਲ ਮਾਟੀ ਕੁੰਚਰ ਚਿੱਟੀ, ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ। ਉਹ ਹਰੇਕ ਜੀਵ ਦੇ ਅੰਦਰ ਉਹ ਮਾਲਕ ਜਿਹੜਾ ਹੈ ਉਹ ਵਸਿਆ ਹੋਇਆ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ। ਪਰ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਬ੍ਰਹਮ ਨੂੰ ਪਹਿਚਾਣ ਲਿਆ, ਜਿਨ੍ਹਾਂ ਨੇ ਹਿਰਦੇ ਦੇ ਅੰਦਰ ਉਹ ਆਤਮਿਕ ਭੋਜਨ ਜਿਹੜਾ ਸੀ ਉਹਨੇ ਛਕ ਲਿਆ। ਹੁਣ ਸੰਸਾਰ ਦੇ ਵਿੱਚ ਆਪਾਂ ਵੇਖਦੇ ਹਾਂ, ਸੂਰਜ ਚੜ੍ਹਦਾ ਹੈ, ਇੱਕੋ ਜਿਹੀ ਰੋਸ਼ਨੀ ਸਭ ਨੂੰ ਦੇ ਰਿਹਾ ਹੈ। ਹਵਾ ਹੈ, ਇੱਕੋ ਜਿਹੀ ਰੋਸ਼ਨੀ ਦੇ ਰਿਹਾ ਹੈ, ਇੱਕੋ ਜਿਹਾ ਵਾਤਾਵਰਨ ਹੈ। ਪਰ ਜਿਹੜਾ ਧਰਮੀ ਮਨੁੱਖ ਹੈ ਉਹਨੂੰ ਬ੍ਰਹਮ ਦਾ ਪਸਾਰਾ ਨਜ਼ਰ ਆਉਂਦਾ ਪਿਆ ਹੈ। ਪਰ ਜਿਹੜਾ ਅਧਰਮੀ ਹੈ, ਜਿਹਨੇ ਸ਼ੁਭ ਗੁਣ ਹਿਰਦੇ ਦੇ ਅੰਦਰ ਧਾਰਨੇ ਨਹੀਂ ਕੀਤੇ, ਉਹਨੂੰ ਪਰਮੇਸ਼ਰ ਦਿਸਦਾ ਹੀ ਕੋਈ ਨਹੀਂ ਹੈ। ਉਹਦਾ ਕਾਰਨ ਕੀ ਹੈ? ਤੁਸੀਂ ਵੇਖਿਆ ਹੋਵੇਗਾ, ਇੱਕ ਮਨੁੱਖ ਪੜ੍ਹਿਆ ਲਿਖਿਆ ਹੈ, ਇੱਕ ਅਨਪੜ੍ਹ ਹੈ। ਤੁਸੀਂ ਕਾਗਜ਼ ਦੇ ਉੱਤੇ ਕੁਝ ਲਿਖ ਕੇ ਦੋਵਾਂ ਦੇ ਸਨਮੁਖ ਰੱਖ ਦੇਵੋ, ਇੱਕੋ ਜਿਹੇ ਅੱਖਰ, ਇੱਕੋ ਜਿਹੀ ਇਬਾਰਤ ਲਿਖ ਕੇ ਦੇ ਦਵੋ। ਜਿਹੜਾ ਮਨੁੱਖ ਤੇ ਪੜ੍ਹਿਆ ਲਿਖਿਆ ਹੈ ਉਹ ਇੱਕਦਮ ਬੋਲ ਕੇ ਦੱਸ ਦੇਵੇਗਾ ਵੀ ਕਾਗਜ਼ ਦੇ ਉੱਤੇ ਆਹ ਕੁਝ ਲਿਖਿਆ ਹੋਇਆ ਹੈ। ਪਰੰਤੂ ਦੂਸਰੇ ਪਾਸੇ ਜਿਹੜਾ ਮਨੁੱਖ ਅਨਪੜ੍ਹ ਹੈ ਉਹਨੂੰ ਕੀ ਪ੍ਰਤੀਤ ਹੋਏਗਾ? ਉਹ ਤੇ ਇਹ ਸਮਝੇਗਾ ਵੀ ਕੋਈ ਲੀਕਾਂ ਮਾਰੀਆਂ ਹੋਈਆਂ ਨੇ। ਇਵੇਂ ਪ੍ਰਤੀਤ ਹੋਏਗਾ ਕਿ ਉਹਨੂੰ ਪੜ੍ਹਨਾ ਹੀ ਨਹੀਂ ਆਉਂਦਾ। ਦੂਰ ਨਹੀਂ ਜਾਣਾ, ਕੋਈ ਮਨੁੱਖ ਪੜ੍ਹਿਆ ਲਿਖਿਆ ਵੀ ਹੋਵੇ, ਮੰਨ ਲਓ ਉਹ ਇੰਗਲਿਸ਼, ਪੰਜਾਬੀ ਤੇ ਹਿੰਦੀ ਜਾਣਦਾ ਹੈ, ਉਹਦੇ ਸਨਮੁਖ ਉਰਦੂ ਦੀ ਭਾਸ਼ਾ ਦੇ ਅੱਖਰ, ਕੰਨੜ ਭਾਸ਼ਾ ਦੇ ਜਾਂ ਹੋਰ ਕਿਸੇ ਭਾਸ਼ਾ ਦੀ ਜਿਹੜੀ ਉਹਨੂੰ ਨਹੀਂ ਆਉਂਦੀ, ਭਾਵੇਂ ਉਹ ਪੜ੍ਹਿਆ ਲਿਖਿਆ ਵੀ ਹੈ, ਜੇ ਉਹਨੂੰ ਗਿਆਨ ਨਹੀਂ ਉਹਨਾਂ ਅੱਖਰਾਂ ਦਾ ਤੇ ਉਹ ਮਨੁੱਖ ਉਹ ਪੜ੍ਹ ਕੇ ਨਹੀਂ ਦੱਸ ਸਕੇਗਾ ਵੀ ਇਹ ਕੀ ਹੈ। ਆਪਾਂ ਹੋਰ ਉਦਾਹਰਨ ਲੈਂਦੇ ਹਾਂ। ਆਮ ਮਨੁੱਖ ਜਦੋਂ ਉਸ ਮਨੁੱਖ ਦੇ ਸਨਮੁਖ ਗਹਿਣਾ ਕੋਈ ਆਉਂਦਾ ਹੈ
ਉਹ ਗਹਿਣੇ ਦਾ ਨਾਮ ਦੱਸ ਦਿੰਦਾ ਵੀ ਆਹ ਮੁੰਦਰੀ ਹੈ, ਆਹ ਚੈਨੀ ਹੈ, ਆਹ ਕਾਂਟੇ ਨੇ, ਆਹ ਬਾੜੀਆਂ ਨੇ, ਕੁਝ ਵੀ ਜੋ ਬਣਿਆ ਹੋਇਆ। ਪਰੰਤੂ ਜਦੋਂ ਕਿਸੇ ਸੁਨਿਆਰੇ ਦੇ ਕੋਲ ਲੈ ਕੇ ਜਾਓਗੇ ਤੇ ਸੁਨਿਆਰਾ ਇਹ ਨਹੀਂ ਵੇਖਦਾ ਵੀ ਇਹ ਕੀ ਗਹਿਣਾ ਹੈ, ਇਹਦਾ ਕੀ ਨਾਂ ਹੈ। ਉਹ ਜਦੋਂ ਵੀ ਪਰਖ ਕਰੂਗਾ ਉਹ ਸੋਨੇ ਦੀ ਪਰਖ ਕਰੂਗਾ ਵੀ ਇਹ ਕਿੰਨੇ ਕੈਰਟ ਹੈ, ਅਸਲੀ ਹੈ ਜਾਂ ਨਕਲੀ ਹੈ। ਹੁਣ ਆਮ ਮਨੁੱਖ ਦੇ ਸਨਮੁਖ ਤੇ, ਕਿਉਂਕਿ ਅੱਜ ਕੱਲ੍ਹ ਨਕਲੀ ਗਹਿਣੇ ਵੀ ਇਹੋ ਜਿਹੇ ਆਕਰਸ਼ਿਤ ਹੁੰਦੇ ਨੇ, ਲੁਭਾਣੇ ਹੁੰਦੇ ਨੇ। ਇੱਕ ਨੇ ਪਹਿਨਾ, ਦੂਜਾ ਕਹਿਣ ਲੱਗਾ ਵੀ ਬੜਾ ਵਧੀਆ ਕੀਮਤੀ ਤੂੰ ਗਹਿਣਾ ਪਹਿਨਿਆ ਹੋਇਆ, ਇਤਨਾ ਸੋਨਾ ਤੇਰੇ ਕੋਲ। ਤੇ ਜਿਹਨੇ ਪਹਿਨਿਆ ਹੁੰਦਾ ਉਹ ਹੱਸ ਕੇ ਕਹਿ ਦਿੰਦਾ ਵੀ ਇਹ ਤੇ ਨਕਲੀ ਹੈ, ਇਹ ਅਸਲੀ ਨਹੀਂ ਹੈ। ਅਸਲੀ ਦੇ ਨਾਲੋਂ ਵੀ ਨਕਲੀ ਜਿਹੜੇ ਨੇ ਉਹ ਜ਼ਿਆਦਾ ਆਕਰਸ਼ਿਤ ਕਰ ਦਿੱਤੇ ਜਾਂਦੇ ਨੇ। ਆਮ ਮਨੁੱਖ ਭੁਲੇਖਾ ਖਾ ਜਾਂਦਾ। ਪਰ ਤੁਸੀਂ ਇੱਕਦਮ ਸੁਨਿਆਰੇ ਦੇ ਕੋਲ ਲੈ ਕੇ ਜਾਓ, ਸੁਨਿਆਰਾ 1 ਮਿੰਟ ਦੇ ਵਿੱਚ ਪਹਿਚਾਣ ਲੈਂਦਾ। ਹੁਣ ਆਮ ਮਨੁੱਖ ਨੂੰ ਪਹਿਚਾਣਨੀ ਵੀ ਸੋਨਾ ਠੀਕ ਹੈ ਕਿ ਗਲਤ ਹੈ, ਪਰ ਸੁਨਿਆਰਾ ਦੱਸ ਦਿੰਦਾ, ਕਿਉਂਕਿ ਸੁਨਿਆਰੇ ਨੂੰ ਪਰਖ ਪਤਾ ਹੈ। ਬਸ ਆਹੀ ਜਿਹੜੀ ਹੈ ਉਹ ਫਰਕ ਹੈ ਇੱਕ ਧਰਮੀ ਤੇ ਇੱਕ ਆਧਰਮੀ। ਭਾਵ ਜਿਹਨੇ ਧਰਮ ਧਾਰਨ ਨਹੀਂ ਕੀਤਾ, ਧਰਮ ਧਾਰਨ ਕਰਨ ਦਾ ਮਤਲਬ ਸ਼ੁਭ ਗੁਣ ਧਾਰਨ ਕਰਨੇ। ਜਿਹਨੇ ਸ਼ੁਭ ਗੁਣ ਧਾਰਨ ਹੀ ਨਹੀਂ ਕੀਤੇ ਉਹਨੂੰ ਪਤਾ ਹੀ ਨਹੀਂ ਵੀ ਰੱਬ ਵੀ ਸਾਰੇ ਪਾਸੇ ਬੈਠਾ ਹੋਇਆ ਹੈ। ਤੇ ਜਿਹਨੇ ਗੁਣ ਧਾਰਨ ਕਰ ਲਏ ਉਹ ਬਸ ਇਹੀ ਕਹਿੰਦਾ ਵੀ ਸਾਰੇ ਪਾਸੇ ਰੱਬ ਬੈਠਾ ਹੋਇਆ ਹੈ। ਆਮ ਮਨੁੱਖ ਦੀ ਜ਼ਿੰਦਗੀ ਵਿੱਚ ਤੁਸੀਂ ਸਾਰੇ ਇਹ ਵਾਤਾਵਰਨ ਵੇਖਦੇ ਹੋ। ਹੁਣ ਨਜ਼ਰੀਆ ਮਨੁੱਖ ਦਾ ਵੱਖਰਾ ਵੱਖਰਾ ਹੋ ਸਕਦਾ ਹੈ। ਇੱਕੋ ਹੀ ਮਨੁੱਖ ਦਾ ਨਜ਼ਰੀਆ ਵੀ ਵੱਖਰਾ ਵੱਖਰਾ ਹੋ ਜਾਂਦਾ ਹੈ। ਦੋ ਬੰਦਿਆਂ ਦਾ ਤਾਂ ਹੋਣਾ ਹੀ ਹੋਣਾ। ਇੱਕ ਮਨੁੱਖ ਦਾ ਵੀ ਜੀਵਨ ਪੱਧਰ ਦੇ ਉੱਤੇ ਨਜ਼ਰੀਆ ਵੱਖਰਾ ਵੱਖਰਾ ਹੋ ਜਾਂਦਾ ਹੈ। ਤੁਸੀਂ ਵੇਖਿਆ ਹੋਵੇਗਾ ਜਦੋਂ ਮਨੁੱਖ ਬਚਪਨ ਦੇ ਵਿੱਚ ਹੈ, ਛੋਟਾ ਜਿਹਾ, ਘਰ ਵਾਲੇ ਉਹਨੂੰ ਖਿਡੌਣਾ ਲਿਆ ਕੇ ਦਿੰਦੇ ਨੇ, ਕੋਈ ਵੀ ਚੀਜ਼ ਲਿਆ ਕੇ ਦਿੰਦੇ ਨੇ ਤੇ ਉਹ ਬੱਚਾ ਪਕੜ ਲੈਂਦਾ ਹੈ। ਉਹਦੇ ਕੋਲੋਂ ਮੰਗੋ ਤੇ ਉਹ ਬੱਚਾ ਦੇਵੇਗਾ ਨਹੀਂ। ਪਰੰਤੂ ਕੁਝ ਕੁ ਸਮਾਂ, ਅਜੇ 15-20 ਮਿੰਟ ਹੁੰਦੇ ਨੇ, ਉਹ ਆਪੇ ਭਗਾ ਕੇ ਪਰੇ ਮਾਰ ਦਿੰਦਾ, ਫਿਰ ਮੁੜ ਕੇ ਪਰਵਾਹ ਹੀ ਨਹੀਂ ਕਰਦਾ ਖਿਡੌਣੇ ਦੀ। ਕਿਉਂ? ਕਿਉਂਕਿ ਉਹਦੇ ਅੰਦਰ ਲੋਭ ਨਹੀਂ ਹੈ, ਉਹਦੇ ਅੰਦਰ ਮੋਹ ਨਹੀਂ ਹੈ, ਲਾਲਚ ਨਹੀਂ ਹੈ। ਉਹ ਚੱਕ ਪਰੇ ਸੁੱਟ ਦਿੰਦਾ ਹੈ। ਉਹੀ ਮਨੁੱਖ ਵੱਡਾ ਹੋ ਜਾਂਦਾ ਜਵਾਨੀ ਦੇ ਵਿੱਚ, ਉਹਨੂੰ ਕੋਈ ਨਵੀਂ ਚੀਜ਼ ਲਿਆ ਕੇ ਦੇਵੋ, ਉਹ ਕੁਝ ਦੇਰ ਪਹਿਨਦਾ ਹੈ, ਰੱਖਦਾ ਆਪਣੇ ਕੋਲ, ਫਿਰ ਪਰਤ ਕੇ ਇੱਕ ਪਾਸੇ ਰੱਖ ਦਿੰਦਾ ਵੀ ਇਹਨੂੰ ਬਹੁਤ ਪਹਿਨ ਲਿਆ। ਅੱਜ ਕੱਲ੍ਹ ਤੇ ਇੱਕ ਵਾਰ ਕੱਪੜਾ ਪਹਿਨਦੇ, ਕਈ ਵਾਰ ਇਹੋ ਜਿਹੀ ਹਾਲਾਤ ਬਣ ਜਾਂਦੀ ਹੈ। ਤੇ ਪਰਤ ਕੇ ਜਦੋਂ ਮਨੁੱਖ ਬਜ਼ੁਰਗੀ ਦੇ ਵਿੱਚ ਹੁੰਦਾ ਹੈ, ਫਿਰ ਦੇਖਿਓ ਕਿਤੇ ਤੁਸੀਂ ਘਰ ਦੇ ਵਿੱਚੋਂ ਕੋਈ ਚੀਜ਼ ਵੇਚਣ ਵਾਸਤੇ, ਰੱਦੀ ਦੇਣ ਵਾਸਤੇ ਤੁਸੀਂ ਤਿਆਰ ਹੋਵੋਗੇ। ਕੋਈ ਵੀ ਪੁਰਾਣੀ ਚੀਜ਼ ਬਜ਼ੁਰਗ ਕਹਿਣਗੇ ਨਹੀਂ ਨਹੀਂ ਨਹੀਂ, ਵੇਚਣੀ ਨਹੀਂ ਹੈ, ਇਹ ਕਿਤੇ ਕੰਮ ਆ ਜਾਏਗੀ, ਉਹ ਵੇਚਣ ਨਹੀਂ ਦੇਗਾ। ਕਿਉਂਕਿ ਬਜ਼ੁਰਗੀ ਦੇ ਵਿੱਚ ਉਤਨਾ ਹੀ ਵੱਧ ਮੋਹ ਚੀਜ਼ਾਂ ਦੇ ਨਾਲ ਪੈਣਾ ਸ਼ੁਰੂ ਹੋ ਜਾਂਦਾ। ਹੁਣ ਬਚਪਨ ਦੇ ਵਿੱਚ ਘੱਟ ਹੈ, ਜਵਾਨੀ ਦੇ ਵਿੱਚ ਕੁਝ ਵੱਧ ਜਾਂਦਾ, ਤੇ ਬਜ਼ੁਰਗੀ ਦੇ ਵਿੱਚ ਤੇ ਮਨੁੱਖ ਛੱਡਦਾ ਹੀ ਕੁਝ ਨਹੀਂ। ਹੁਣ ਇੱਕੋ ਜਿਹਾ ਮਨੁੱਖ ਹੈ, ਉਹਦੀ ਉਮਰ ਦੀ ਪੜਾ, ਉਹਦਾ ਨਜ਼ਰੀਆ, ਉਹਦੀਆਂ ਅੱਖਾਂ। ਹਾਲਾਂਕਿ ਬਚਪਨ ਦੇ ਵਿੱਚ ਜੇ ਅੱਖਾਂ ਦੀ ਗੱਲ ਕਰੀਏ ਸਭ ਤੋਂ ਵਧੇਰੇ ਦਿਸਦਾ ਹੈ, ਜਵਾਨੀ ਦੇ ਵਿੱਚ ਥੋੜਾ ਘੱਟ ਤੇ ਬਜ਼ੁਰਗੀ ਦੇ ਵਿੱਚ ਤੇ ਬਿਲਕੁਲ ਘੱਟ ਹੋ ਜਾਂਦਾ ਹੈ। ਪਰ ਫਿਰ ਵੀ ਦੇਖਣ ਦਾ, ਸੰਸਾਰੀ ਵਸਤੂਆਂ ਦੇਖਣ ਦਾ ਨਜ਼ਰੀਆ ਬਦਲ ਜਾਂਦਾ। ਇਸੇ ਤਰ੍ਹਾਂ ਮਨੁੱਖ ਦੀ ਕਹਾਣੀ ਹੈ। ਜਿਹੜਾ ਮਨੁੱਖ ਜਿਤਨੀ ਨਜ਼ਦੀਕ ਰੱਬ ਦੇ ਗੁਣਾਂ ਵੱਲ ਹੋਣਾ ਸ਼ੁਰੂ ਹੋ ਜਾਏਗਾ, ਜਿਤਨਾ ਇਹ ਰੱਬ ਦੇ ਗੁਣ ਗਾਉਂਦਾ ਗਾਉਂਦਾ ਰੱਬੀ ਗੁਣਾਂ ਨੂੰ ਧਾਰਨ ਕਰਨ ਲੱਗ ਪਏਗਾ, ਸੱਚ ਜਾਣਿਓ ਉਨਾ ਹੀ ਮਨੁੱਖ ਰੱਬ ਦੇ ਨਜ਼ਦੀਕ ਹੋਣਾ ਸ਼ੁਰੂ ਹੋ ਜਾਏਗਾ ਤੇ ਉਹਨੂੰ ਸਾਰੇ ਪਾਸੇ ਬ੍ਰਹਮ ਦਾ ਪਸਾਰਾ ਜਿਹੜਾ ਹੈ ਉਹ ਨਜ਼ਰ ਆਉਣ ਲੱਗ ਪਏਗਾ। ਇਤਿਹਾਸ ਦੇ ਵਿੱਚ ਇੱਕ ਬੜੀ ਪਿਆਰੀ ਗਾਥਾ ਹੈ। ਮੁਸਲਮਾਨ ਇੱਕ ਫਕੀਰ ਮੀਆਂ ਮਲਹਾਰ ਹੋਇਆ। ਮੀਆਂ ਮਲਹਾਰ ਜਿਹਨੂੰ ਤੜਪ ਹੈ ਮਾਲਕ ਨੂੰ ਮਿਲਣ ਦੀ, ਪਰਮੇਸ਼ਰ ਦੀ ਦੀਦਾਰ ਕਰਨ ਦੀ, ਇੱਕ ਮਿੱਕਤਾ ਦੀ। ਹੁਣ ਜਦੋਂ ਉਹ ਮੀਆਂ ਮਲਹਾਰ ਕਿਸੇ ਮਸਜਿਦ ਦੇ ਵਿੱਚ ਜਾਂਦਾ ਤੇ ਮਸਜਿਦ ਦਾ ਕਾਜੀ ਕੀ ਕਹਿੰਦਾ ਹੈ
कहता है भी हिंदू ते काफर ने, हिंदू काफर ने, उन्हां दा विश्वास एक दे उत्ते नहीं है। सारे मुसलमान चंगे ने, इन्हां नूं ही स्वर्ग मिलेगा, बेहिश्त मिलेगी। हिंदू ते सारी नरकां दे विच जावणगे, दोजख विच जावणगे, अग विच सड़नगे, इन्हां दा कोई पार उतारा नहीं होना। ਉਹਦਾ नज़रिया यह है। वो जदों किते मंदिर दे विच जांदा है ते मंदिर दा पुजारी ये गल कहंदा अग्गियों भी मुसलमान ते सारे ही मलेश ने, इन्हां दा पार उतारा नहीं जे होना, इन्हां दा पार उतारा नहीं होना, इन्हां ने ते नरकां दे विच जाना है। हुण नज़रिया दोवां दा वक्रा वक्रा। मुसलमान हिंदू नूं काफर कहता है, मुसलमान जिहड़ा है वो हिंदू नूं काफर कहता, हिंदू जिहड़ा है वो मुसलमान नूं मलेश आखदा है। एक दूजे के धर्म की निंदा करते हैं, एक दूजे के आगुआं की निंदा करते हैं। हुण वो मियाँ मल्हार सोचदा भी खलकत ते रब ने बनाई है, बंदे ते सारे एक मालक दे ही है, एक रब दे ही है। जे हिंदू माड़े ने तो फिर रब ने पैदा ही क्यों किते? जे पुजारी के कहने के मुताबिक मुसलमान माड़े ने तो रब ने पैदा ही क्यों किते? बड़ी भटकना मन में होगी भी किहदे दर दे उत्ते जावां, किहड़ा रब की दरगाह दे विच प्रवान होवेगा, किहड़ा मालक दीयां नज़रां दे विच प्रवान चढ़ेगा। मन विच तड़फ है ते वो तड़फ पूरी हो गई। धन गुरु नानक साहब महाराज मियाँ मल्हार के घर विखे गए, उहदे गृह विखे गए। हुण चाहना दे मन दे विच सी भी मेरा इस शंका निवृत्त हो जाए, मेरा प्रश्न उहदा उत्तर मिल जाए। सतगुरु महाराज जदों उहदे घर गए, बड़ी सेवा की, रब दीयां गल्लां कीतियां, नाल अपना सवाल अगे रख दिता। कहने लगा सतगुरु महाराज मैनू एक गल दसो भी प्रवान कौन हो सकता मालक की दरगाह के उत्ते? हुण गुरु नानक साहब महाराज उन्हां दा उत्तर देण दा ढंग बाकमाल होया करदा सी। सतगुरु महाराज सीधा कदी उत्तर नहीं सी दिंदे हुंदे, उहनूं पूरा समझाउण वास्ते एक माहौल सिरजिया करदे सन। गुरु नानक साहब महाराज कहण लगे मियाँ मल्हार मैनू एक गल दस भी तेरे पुत्र किन्ने ने? किन्ने पुत्र ने? मियाँ मल्हार दस दिंदा भी मेरे इन्ने पुत्र ने। सतगुरु महाराज कहण लगे मियाँ मल्हार भी मैनू एक गल दस भी इन्ने पुत्रां दे विचों तैनूं प्यारा किहड़ा है? किहड़ा प्यारा है? मियाँ मल्हार कहण लगा भी सतगुरु मेरे पुत्र ने ते चंगे ते मैनू सारे लगदे ने, पर सब तो वधीक मैनू चंगा वो लगदा, मेरे नज़दीक वो है जिहड़ा मेरी आग्या मनदा है। मैं कहा उन्होंने कोई वस्तु लिया दे, वो वस्तु ले आंदा है। मैं उन्होंने कोई काम कहा वो मेरा काम कर दिंदा है, मेरी आग्या दे विच रहिंदा है। उच्चा बोलदा नहीं, मेरा सत्कार करदा, मैनू याद रखदा है, मेरी हर एक लोड़ बिना कहे पूरी भी कर दिंदा है, मेरी आग्या दे विच है। मैनू वो सब तो ज्यादा पुत्र प्यारा लगदा। बस सतगुरु महाराज कहण लगे मियाँ मल्हार आही तेरे सवाल का जवाब है भी मालक के दर दे उत्ते प्रवान कौन होवेगा? उही प्रवान होवेगा जिहड़ा परमेश्वर दे हुक्म दे विच चलेगा, ओदी रज़ा दे विच चलेगा। बस उही प्रवान होवेगा, बाकी प्रवान नहीं होणगे। ते सतगुरु महाराज ने पावन बाणी दे विच भी सानू यही गल समझाउणा कर दित्ती कि वो मालक ते हरेक जगह के उत्ते बैठा होया है, हरेक जगह जरे जरे दे विच बैठा होया। सगल बनस्पत मैं बसंतर, सगल दूध मैं किया, ऊंच नीच मैं जोत समाणी, घट घट माधो जिया। वो परमेश्वर ते घट घट दे विच वसदा होया है, हरेक हिरदे विच वसदा है, पर साडियां इन्हां अखां दे नाल सानू नज़र नहीं आउंदा कि सवाल होना सुभाविक है। पर जिन्हां ने वो रब्बी गुणां नूं धारण कर लिया है, उन्हां नूं हरेक जरे दे विच नज़र आउंदा है। बड़ी प्यारी गाथा
ਗੁਰੂ ਕਲਗੀਧਰ ਮਹਾਰਾਜ ਜੀ ਦੇ ਜੀਵਨ ਦੇ ਅੰਦਰ ਦੀ ਹੈ। ਪਹਿਲਾਂ ਵੀ ਆਪਾਂ ਸਾਂਝੀ ਕੀਤੀ ਸੀ ਵੀ ਗੁਰੂ ਕਲਗੀਧਰ ਮਹਾਰਾਜ ਆਨੰਦਪੁਰ ਸਾਹਿਬ ਜੰਗ ਲੜ ਰਹੇ ਨੇ, ਦੁਸ਼ਮਣ ਨੇ ਘੇਰਿਆ ਹੋਇਆ ਹੈ, गुरु के सिख जाना भूल के लड़ाई कर रहे ने। अचानक गुरु के सिख आके गुरु कलगीधर महाराज नूं कहंदे वे सच्चे पातशाह, भाई कन्हैया तुहाडा लाडला सिख सानू इंज जापदा भी वो दुश्मन दे नाल रल गया। साहब कहण लगे किवें? कहण लगे सतगुरु भी असीं जाना भूल के बड़े औखे दे नाल दुश्मन नूं फट्टड़ करते हैं, धरती के उत्ते सुटते हैं, पर तुहाडा लाडला भाई कन्हैया उन्होंने पानी पिला के फिर सुरजीत कर दिंदा, फिर उठ खड़ोण जोगा कर दिंदा। सतगुरु महाराज ने सद्दिया भाई कन्हैये जी नूं, पुछ कीती, कहण लगे भाई कन्हैया तेरी शिकायत आई, सिख आह गल दसदे पए ने, तू दुश्मन के मुख दे विच भी पानी पाउंदा है। भाई कन्हैया जी ने हाथ जोड़ के कहण लगे, नहीं सतगुरु, मैं ते हरेक मुख दे विच पानी पाउंदा ते मैनूं इंज प्रतीत आउंदा भी तुसीं नज़र आउंदे हो। मैं ते तुहानूं जाण के हरेक दे जिहड़ा भी बुक अगे करदा, पानी की प्यास वास्ते तड़पदा, मैं पानी पाउंदा, मैनूं ते तुसीं नज़र आउंदे पए हो। सतगुरु महाराज ने जिथे शाबाश दित्ती, जिथे पानी की मशक दे नाल सेवा करता सी भाई कन्हैया, उत्थे सतगुरु महाराज ने मलम की पट्टी भी दे दी भी ये मलम पट्टी जिहड़ी है यह भी कर दुश्मन दे, क्योंकि भाई कन्हैया जी की नज़र दे विच सारे इको ने, इको जय ने। और ये हालात उदों बढ़नी है जदों असीं मालक दे गुण गाउण लग पए, मालक दे गुण साडे अंदर आ गए। सतगुरु महाराज कहते ने, नानक से अखड़ियां बयान जिन्हां दसंदो मां करी वे वो अखां बनाउणियां पैंदियां ने। साडियां अखां दे विच ते अपना पराया वसिया होया है, ये मेरा अपना है, ये पराया है। साडी अखां दे सन्मुख ते वो दुश्मन है, ये साडा मित्र है। साडियां अखां दे विच आ शरीक है, मेरे परिवार दा मनुख है। साडियां अखां ते ये सोचदियां ने, पर साडियां उस वक्त अखां सब नूं इक्को ही समान लगन लग पैण, दसन लग पैणगियां जिस दिन असीं मालक दे गुण धारण कर लै ते वो गुणा रूपी खजाना गुरु ग्रंथ साहिब जी की पावन बाणी दे विच मौजूद है, जिन्हों सतगुरु महाराज ने कह दिता भी थाल विच तीन वस्तु पई हो। वो तीन वस्तुओं का धारनी, वो गुणा का धारनी जदों मनुख हो जाएगा, फिर सतगुरु महाराज कहते हैं, सब नानक ब्रह्म पसारो, सारे पासे ब्रह्म का पसारा जिहड़ा है वो सानूं नज़र आउण लग पेगा। सतगुरु कृपा करे असीं बाणी दे नाल जुड़ जाइए, बाणी नूं विचारीए ते विचार के वो रब्बी गुण अपने अंदर धारण करिए, फिर जीवन सुखिला हो जाएगा। विचारों की संग करदे होइयां बेअंत भुलां दी खिमा पति परवान करो। वाहिगुरू जी का खालसा, वाहिगुरू जी की फतेह।